ਹੈਲੋ ਬੱਚਿਓ, ਅੱਜ ਆਪਾਂ ਨਵਾਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈਗਾ ਐਡਮਿਸ਼ਨ ਆਫ ਪਾਰਟਨਰ। ਐਡਮਿਸ਼ਨ ਆਫ ਪਾਰਟਨਰ ਮੀਨਸ ਬੱਚੇ ਪਹਿਲਾ ਨਾਮ ਆਪਾਂ ਨੂੰ ਕਲੀਅਰ ਹੋਣਾ ਚਾਹੀਦਾ। ਐਡਮਿਸ਼ਨ ਮੀਨਸ ਐਡਮਿਸ਼ਨ ਤਾਂ ਸਕੂਲ 'ਚ ਵੀ ਹੁੰਦੀ ਆ ਔਰ ਐਡਮਿਸ਼ਨ ਫਰਮ 'ਚ ਵੀ ਹੁੰਦੀ ਆ। ਐਡਮਿਸ਼ਨ ਮੀਨਸ ਇੱਕ ਨਵਾਂ ਪਰਸਨ ਜੁਆਇਨ ਕਰਨਾ ਫਰਮ ਦੇ ਵਿੱਚ। ਜੇ ਤੁਸੀਂ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਦੇ ਵਿੱਚ ਜੇ 30 ਬੱਚੇ ਨੇ ਤਾਂ 31 ਹੋ ਜਾਣਗੇ, ਔਰ ਜੇ ਫਰਮ ਦੀ ਗੱਲ ਕਰੀਏ ਤਾਂ ਜੇ 2 ਪਰਸਨ ਨੇ, ਪਰਸਨ A ਐਂਡ B ਆ, ਤਾਂ ਥਰਡ ਪਰਸਨ ਆ ਜਾਊਗਾ C। ਕਲੀਅਰ ਬੱਚਿਓ? ਸੋ ਇਹ ਹੈਗਾ ਐਡਮਿਸ਼ਨ ਆਫ ਪਾਰਟਨਰ। ਹੁਣ ਐਡਮਿਸ਼ਨ ਆਫ ਪਾਰਟਨਰ ਦੀ ਜ਼ਰੂਰਤ ਕਿਉਂ ਪੈਂਦੀ ਆ ਸਕੂਲ 'ਚ? ਕਿਉਂ ਪੈਂਦੀ ਆ? ਕਿਉਂਕਿ ਸਾਨੂੰ ਫੀਸ ਚਾਹੀਦੀ ਆ, ਸਾਨੂੰ ਪ੍ਰੋਫਿਟਸ ਚਾਹੀਦੇ ਨੇ, ਅਸੀਂ ਆਪਣੇ ਪ੍ਰੋਫਿਟਸ ਵਧਾਉਣੇ ਨੇ ਸਕੂਲ ਦੇ ਵਿੱਚ, ਹਨਾ। ਔਰ ਸੇਮ ਆਪਾਂ ਨੂੰ ਫਰਮ ਦੇ ਵਿੱਚ ਕੀ ਜ਼ਰੂਰਤ ਪੈਂਦੀ ਹੈ ਐਡਮਿਸ਼ਨ ਆਫ ਪਾਰਟਨਰ ਦੀ? ਸਭ ਤੋਂ ਪਹਿਲਾਂ ਇਹ ਕਲੀਅਰ ਹੋਣਾ ਚਾਹੀਦਾ। A ਤੇ B ਵਧੀਆ ਬਿਜ਼ਨਸ ਚਲਾ ਰਹੇ ਨੇ ਤੇ ਉਹਨਾਂ ਨੂੰ ਵਧੀਆ ਪ੍ਰੋਫਿਟਸ ਹੋ ਰਹੇ ਨੇ। 5 ਸਾਲ ਹੋ ਗਏ ਉਹਨਾਂ ਨੂੰ ਬਿਜ਼ਨਸ ਚਲਾਉਂਦਿਆਂ ਨੂੰ ਤੇ ਉਹਨਾਂ ਦਾ ਬਿਜ਼ਨਸ ਬੜਾ ਵਧੀਆ ਗਰੋ ਕਰ ਰਿਹਾ ਵਾ। ਬਟ ਉਹਨਾਂ ਨੂੰ ਕੀ ਲੋੜ ਆ ਕਿ ਥਰਡ ਪਰਸਨ ਨੂੰ ਐਂਟਰ ਕਰਵਾਵੇ ਉਹ ਆਪਣੀ ਫਰਮ ਦੇ ਵਿੱਚ? ਹੁੰਦਾ ਕੀ ਆ ਬੱਚੋ ਕਿ ਜਦੋਂ ਦੋ ਹੀ ਕਾਰਨ ਹੋ ਸਕਦੇ ਆ ਕਿ ਕਿਸੇ ਪਾਰਟਨਰ ਨੂੰ ਨਿਊ ਪਾਰਟਨਰ ਦੀ ਜੁਆਇਨਿੰਗ ਕਰਾਉਣੀ। ਪਹਿਲਾ ਕਿ ਜਾਂ ਤਾਂ ਕਹਿ ਦੋ ਕਿ ਫਰਮ ਨੂੰ ਪੈਸੇ ਦੀ ਜ਼ਰੂਰਤ ਪੈਗੀ, ਹਾਂਜੀ ਤੀਸਰਾ ਬੰਦਾ ਆਊਗਾ ਤੇ ਉਹ ਪੈਸੇ ਲੈ ਕੇ ਆਊਗਾ, ਅਸੀਂ ਉਹ ਤੋਂ ਪੈਸੇ ਲਵਾਂਗੇ ਵੀ ਸਾਡਾ ਬਿਜ਼ਨਸ ਵਧੀਆ ਚੱਲ ਰਿਹਾ, ਆਪਾਂ ਉਹਨੂੰ ਉਹਦੇ ਆਪਣੀ ਬੈਲੈਂਸ ਸ਼ੀਟ ਦਿਖਾਵਾਂਗੇ, ਉਹ ਪਾਰਟਨਰ ਜੁਆਇਨ ਕਰਨਾ ਚਾਹੂਗਾ ਤੇ ਆਪਾਂ ਉਹ ਤੋਂ ਪੈਸੇ ਲਵਾਂਗੇ ਵੀ ਤੈਨੂੰ ਹਰ ਮੰਥ ਇੰਨੇ ਪ੍ਰੋਫਿਟ, ਹਰ ਸਾਲ ਇੰਨਾ ਪ੍ਰੋਫਿਟ ਹੋਣ ਲੱਗ ਜੂਗਾ। ਸੋ ਜੇ ਕਿਸੇ ਕੰਪਨੀ ਨੂੰ ਫਰਮ ਨੂੰ ਪੈਸਾ ਚਾਹੀਦਾ 2-3 ਲੱਖ ਰੁਪਇਆ ਤਾਂ ਕਿਸੇ ਪਾਰਟਨਰ ਨੂੰ ਜੁਆਇਨ ਕਰਵਾ ਸਕਦੀ ਹੈ। ਬਟ ਹੋਰ ਵੀ ਬਹੁਤ ਤਰੀਕੇ ਨੇ ਨਾ ਪੈਸਾ ਇਕੱਠਾ ਕਰਨ ਦੇ। ਆਪਾਂ ਬੈਂਕ ਤੋਂ ਲੋਨ ਲੈ ਸਕਦੇ ਹਾਂ, ਆਪਾਂ ਫਾਈਨੈਂਸ਼ੀਅਲ ਇੰਸਟੀਟਿਊਟਸ ਤੋਂ ਲੋਨ ਲੈ ਸਕਦੇ। ਫਿਰ ਪਾਰਟਨਰ ਹੀ ਕਿਉਂ? ਪਾਰਟਨਰ ਬੱਚੇ ਤਾਂ ਕਿਉਂਕਿ ਪਾਰਟਨਰ ਆ ਬੱਚੇ ਉਹ ਕੀ ਕਰਦਾ ਵਾ ਫਰਮ ਦੇ ਵਿੱਚ ਪੈਸਾ ਹੀ ਨਹੀਂ ਲੈ ਕੇ ਆਉਂਦਾ, ਉਹ ਆਪਣਾ ਦਿਮਾਗ ਵੀ ਲੈ ਕੇ ਆਉਂਦਾ। ਉਹ ਫਰਮ ਦੇ ਵਿੱਚ ਹੈਲਪ ਕਰਦਾ ਕਿ ਅੱਗੇ ਆਪਾਂ ਬਿਜ਼ਨਸ ਨੂੰ ਕਿਵੇਂ ਗਰੋ ਅਪ ਕਰ ਸਕਦੇ ਹਾਂ। ਸੋ ਜੇ ਆਪਾਂ ਪਾਰਟਨਰ ਤੋਂ ਪੈਸਾ ਲਿਆਉਂਦੇ ਆ ਤਾਂ ਉਹ ਪੈਸਾ ਵੀ ਲੈ ਕੇ ਆਊਗਾ, ਕੈਪੀਟਲ ਵੀ ਲੈ ਕੇ ਆਊਗਾ ਜਿਹਦੀ ਆਪਾਂ ਨੂੰ ਜ਼ਰੂਰਤ ਸੀਗੀ, ਪਲੱਸ ਆਪਣੀ ਗਾਂ ਫਿਊਚਰ ਦੇ ਵਿੱਚ ਹੈਲਪ ਵੀ ਕਰੂਗਾ। ਬਟ ਜੇ ਆਪਾਂ ਬੈਂਕ ਦੇ ਵਿੱਚ ਜਾਂਦੇ ਆ, ਬੈਂਕ ਜਾਂ ਫਾਈਨੈਂਸ਼ੀਅਲ ਇੰਸਟੀਟਿਊਟ ਤੋਂ ਲੋਨ ਲੈਣੇ ਆ, ਉਹ ਆਪਾਂ ਨੂੰ ਪੈਸਾ ਤਾਂ ਦੇ ਦੇਣਗੇ, ਆਪਣੀ ਹੈਲਪ ਕੋਈ ਨਹੀਂ ਹੋਊਗੀ, ਉਲਟਾ ਆਪਾਂ ਨੂੰ ਉਹਨਾਂ ਨੂੰ ਇੰਟਰਸਟ ਦੇਣਾ ਪਊਗਾ। ਕਲੀਅਰ ਬੱਚੋ? ਸੋ ਇਸ ਕਰਕੇ ਇਹ ਕੋਈ ਹੋਰ ਕਾਰਨ ਵੀ ਹੋ ਸਕਦਾ ਕਿ ਲਾਈਕ ਆਪਾਂ ਨੂੰ ਪਰਸਨ ਦੀ ਜ਼ਰੂਰਤ ਆ, ਆਪਣਾ ਪੈਸਾ ਬਿਜ਼ਨਸ ਗਰੋ ਕਰ ਰਿਹਾ ਵਾ। ਸੋ ਆਪਾਂ ਚਾਹੁੰਦੇ ਹਾਂ ਕਿ ਆਪਣਾ ਬਿਜ਼ਨਸ ਜਿਹੜਾ ਪੂਰੇ ਪੰਜਾਬ ਲੈਵਲ ਤੇ ਹੋ ਜੇ। ਸੋ ਪੂਰੇ ਡਿਸਟ੍ਰਿਕਟ ਲੈਵਲ ਦੀ ਬਜਾਏ ਪੂਰੇ ਪੰਜਾਬ ਲੈਵਲ ਤੇ ਹੋ ਜੇ ਤਾਂ ਆਪਾਂ ਨੂੰ ਪਰਸਨਸ ਦੀ ਲੋੜ ਪਊਗੀ, ਹਨਾ, EMPLOYEES ਦੀ ਲੋੜ ਪਊਗੀ। ਤਾਂ ਆਪਾਂ ਸੋਚਦੇ ਹਾਂ ਕਿ ਚਲੋ ਇੱਕ ਪਾਰਟਨਰ ਨੂੰ ਜੁਆਇਨ ਕਰਵਾ ਲੈਂਦੇ, ਉਹ ਕੈਪੀਟਲ ਵੀ ਲੈ ਕੇ ਆਊਗਾ ਔਰ ਕੀ ਆ ਕਿ ਸਾਡੇ ਬਿਜ਼ਨਸ ਦੇ ਵਿੱਚ ਹੈਲਪ ਵੀ ਕਰੂਗਾ। ਕਲੀਅਰ ਬੱਚਿਓ? ਸੋ ਐਡਮਿਸ਼ਨ ਆਫ ਪਾਰਟਨਰ। ਹੁਣ ਰਹੀ ਗੱਲ ਐਡਮਿਸ਼ਨ ਆਫ ਪਾਰਟਨਰ ਦੀ ਕਿ ਇਹਦੇ ਨਾਲ ਇਫੈਕਟ ਕੀ ਪਊਗਾ ਫਰਮ ਦੇ ਉੱਪਰ। ਐਡਮਿਸ਼ਨ ਆਫ ਪਾਰਟਨਰ ਨਾਲ ਬੱਚੇ ਧਿਆਨ ਨਾਲ ਇਸ ਚੀਜ਼ ਨੂੰ ਸਮਝੋ ਕਿ 2 ਬੰਦੇ ਕੰਮ ਕਰਦੇ ਹੋਣ ਤੇ ਤੀਸਰਾ ਵਿੱਚ ਆ ਕੇ ਉਹਨਾਂ ਦੀ ਕੋਈ ਚੀਜ਼ ਸ਼ੇਅਰਿੰਗ ਕਰੇ ਤਾਂ ਹਮੇਸ਼ਾ ਜਿਹੜੇ 올ਡ ਪਾਰਟਨਰਸ ਨੇ ਉਹਨਾਂ ਨੂੰ ਕੁਛ ਨਾ ਕੁਛ ਸੈਕਰੀਫਾਈਸ ਕਰਨਾ ਪਊਗਾ। 2 ਪਰਸਨ ਚਾਕਲੇਟ ਖਾ ਰਹੇ ਨੇ, ਤੀਸਰਾ ਬੰਦਾ ਆ ਕੇ ਮੈਂ ਵੀ ਖਾਣੀ ਆ, ਤਾਂ ਉਹ ਕੁਛ ਨਾ ਕੁਛ ਸ਼ੇਅਰ ਉਹਨਾਂ ਨੂੰ ਦੇਣਾ ਪਊਗਾ ਨਾ। ਸੋ ਜਿਨ੍ਹਾਂ ਕੋਲੇ ਚਾਕਲੇਟ ਸੀ ਉਹਨਾਂ ਨੂੰ ਕੁਛ ਤਾਂ ਲਾਸ ਹੋਇਆ ਨਾ, ਉਹ ਜਿਹੜਾ ਲਾਸ ਆਪਾਂ ਇੱਥੇ ਸੈਕਰੀਫਾਈਸ ਕਹਿੰਦੇ ਆ। ਕਹਿਣ ਦਾ ਮਤਲਬ ਜਿਹੜੇ ਪੁਰਾਣੇ ਪਾਰਟਨਰਸ ਨੇ ਉਹ ਹਮੇਸ਼ਾ ਸੈਕਰੀਫਾਈਸ ਕਰਦੇ ਨੇ। ਸੋ ਆਪਾਂ ਨੂੰ ਇੱਥੇ ਵੀ ਇਸ ਚੈਪਟਰ 'ਚ ਵੀ ਸੈਕਰੀਫਾਈਸਿੰਗ ਤੇ ਗੇਨਿੰਗ ਰੇਸ਼ੋ ਕੈਲਕੂਲੇਟ ਕਰਨੀ ਪੈਣੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਥਰੂ ਸਮਝਾ ਦਿੰਦਾ। ਸਪੋਜ਼ ਕਰੋ ਕਿ A ਤੇ B ਪਾਰਟਨਰ ਨੇ, ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੀ ਆ? ਇਕੁਅਲ ਆ। 50% ਹੋ ਜੂਗੀ, ਮਤਲਬ ਉਹ ਇਕੁਅਲੀ ਲੈਂਦੇ ਆ। ਮੀਨਸ ਜੇ ਪ੍ਰੋਫਿਟ ਫਰਮ ਦਾ 1 ਲੱਖ ਰੁਪਈਆ ਵਾ ਤਾਂ ਉਹ 50,000 ਆਪਸ ਦੇ ਵਿੱਚ ਸ਼ੇਅਰ ਕਰਦੇ ਨੇ। ਬਟ ਹੁੰਦਾ ਕੀ ਆ, ਸਪੋਜ਼ ਕਰੋ ਇੱਥੇ ਇੱਕ ਤੀਸਰਾ ਪਾਰਟਨਰ ਆ ਜੀ ਔਰ ਤੀਸਰਾ ਪਾਰਟਨਰ ਕਹੇ ਨਿਊ ਰੇਸ਼ੋ ਬਣੂਗੀ। ਤੀਸਰਾ ਪਾਰਟਨਰ ਕਹੇ ਜੀ ਮੈਂ ਵੀ ਹਿੱਸਾ ਲੈਣਾ ਔਰ ਤੀਸਰੇ ਪਾਰਟਨਰ ਨੂੰ ਕੁਛ ਤਾਂ ਹਿੱਸਾ ਦੇਣਾ ਹੀ ਪੈਣਾ। ਸਪੋਜ਼ ਕਰੋ ਕਿ ਤੀਸਰਾ ਪਾਰਟਨਰ ਆਉਂਦਾ ਵਾ ਤੇ ਉਹਨਾਂ ਦੀ ਸ਼ੇਅਰ ਰੇਸ਼ੋ ਹੋ ਜਾਂਦੀ ਆ 1:1:1, ਇਕੁਅਲੀ ਕਹਿੰਦੇ ਆ, ਔਰ ਕੰਪਨੀ ਨੂੰ ਪ੍ਰੋਫਿਟਸ ਹੋ ਗਏ 1.5 ਲੱਖ ਰੁਪਏ ਦੀ। ਤੁਸੀਂ ਦੇਖੋ ਇੱਥੇ ਪ੍ਰੋਫਿਟ ਕਿੰਨਾ ਸੀ? ਲੱਖ ਰੁਪਈਆ। ਜੇ ਇਹੀ ਲੱਖ ਰੁਪਈਆ ਇਹਨਾਂ ਦੇ ਵਿੱਚ ਇੰਸਟੀਟਿਊਟ ਹੋਇਆ 50,000
प्रॉफिट कंपनी का इनक्रीज कर गया 1.5 लाख रुपया, और जे प्रॉफिट 1.5 लाख हो गया तो इन्हां दे विच किन्ना है, इन्हां दे विच तां फिर 50,000 आ सैक्रीफाइस हुंदा बच्चे। ये इन्हां नूं थोड़ा जिहा तुसीं कह सकदे हो झुकना पैंदा, सैक्रीफाइस करना पैंदा कि प्रॉफिट इनक्रीज करदे होण दे ना बावजूद भी फर्म जिहड़े परसनस ने वो कई बार सेम लेवल ऑफ प्रॉफिट ते खड़े रहंदे ने, क्योंकि तीसरा पार्टनर है ऑफ कोर्स प्रॉफिट्स तां इंक्रीज करनगे ही ना कुछ एफर्ट्स तां वो भी आके करूगा ना। सो कई बार इस तरह दी सिचुएशनस भी होंदियां ने। मीनस ਆਪਾਂ ਨੂੰ ਇਸ ਚੈਪਟਰ ਦੇ ਵਿੱਚ ਵੀ ਸੈਕਰੀਫਾਈਸਿੰਗ ਤੇ ਗੇਨਿੰਗ ਰੇਸ਼ੋ ਕੈਲਕੂਲੇਟ ਕਰਨੀ ਪੈਣੀ ਆ ਜਦੋਂ ਵੀ ਨਿਊ ਪਾਰਟਨਰ ਆਊਗਾ। ਸੋ ਆਈ ਹੋਪ ਕਿ ਤੁਹਾਨੂੰ ਆਉਂਦੀ ਆ। ਆਪਾਂ ਜਲਦੀ ਇੱਕ ਦੋ ਉਹਦੇ ਟੌਪਿਕਸ ਵਿਦ ਐਗਜ਼ਾਮਪਲਸ ਕਵਰ ਅਪ ਕਰ ਲੈਂਦੇ ਆ ਕਿ ਐਡਮਿਸ਼ਨ ਆਫ ਪਾਰਟਨਰ ਦੇ ਅੰਦਰ ਕਿਵੇਂ ਦੀਆਂ ਰੇਸ਼ੋਜ਼ ਆਉਂਦੀਆਂ ਔਰ ਕੀ ਲਿਖਿਆ ਹੁੰਦਾ ਕੁਐਸਚਨਸ ਦੇ ਅੰਦਰ। ਕਲੀਅਰ ਬੱਚੋ? ਹਾਂਜੀ ਬੱਚੋ। ਸੋ ਆਪਾਂ ਕੈਲਕੂਲੇਸ਼ਨ ਆਫ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਆਪਾਂ ਇਹ ਟੌਪਿਕ ਨੂੰ ਕਰਨ ਜਾ ਰਹੇ ਹਾਂ। ਇਹ ਸੌਖਾ ਜਿਹਾ ਤੁਹਾਨੂੰ ਲੱਗੂਗਾ ਕਿ ਸਾਨੂੰ ਆਉਂਦਾ ਵਾ ਸਾਰਾ ਕੁਝ, ਕਿਉਂਕਿ ਅਸੀਂ ਲਾਸਟ ਚੈਪਟਰ ਦੇ ਵਿੱਚ ਆਲਰੇਡੀ ਸਿੱਖ ਚੁੱਕੇ ਹਾਂ ਕਿ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕਿਵੇਂ ਕੈਲਕੂਲੇਟ ਕਰਨੀ ਆ ਬਾय ਸੈਕਰੀਫਾਈਸਿੰਗ ਔਰ ਗੇਨਿੰਗ। ਬਟ ਇਸ ਚੈਪਟਰ ਦੇ ਅੰਦਰ ਬਹੁਤ ਸਾਰੇ ਅਲੱਗ-ਅਲੱਗ ਕੇਸਿਸ ਆਉਂਦੇ ਨੇ, ਤੁਹਾਨੂੰ ਉਹ ਕੇਸਿਸ ਨੂੰ ਸਮਝਣਾ ਪੈਣਾ, ਸਿਚੁਏਸ਼ਨਸ ਨੂੰ ਸਮਝਣਾ ਪੈਣਾ, ਫਿਰ ਆ ਜਿਹੜੀ ਰੇਸ਼ੋ ਕੈਲਕੂਲੇਟ ਕਰਨੀ ਪੈਣੀ ਹੈ। ਆਪਾਂ 1 ਬਾय 1 ਕਰਕੇ ਇੱਥੇ ਡਿਸਕਸ ਕਰਾਂਗੇ। ਇਸ ਚੀਜ਼ ਨੂੰ ਧਿਆਨ ਨਾਲ ਸਮਝੋ। ਪਹਿਲਾਂ ਮੈਂ ਓਰਲੀ ਸਮਝਾ ਦਿੰਦਾ ਹੁੰਦੇ ਕੀ ਆ ਕੇਸਿਸ। ਕੁਐਸਚਨ ਦੇ ਅਕੋਰਡਿੰਗ ਆਪਾਂ ਨੂੰ ਮੋਲਡ ਕਰਕੇ ਆਪਾਂ ਨੂੰ ਕਰਨਾ ਪੈਣਾ। ਅੱਗੇ ਤਾਂ ਆਪਣਾ ਇੱਕੋ ਹੀ ਫਾਰਮੂਲਾ ਚੱਲ ਜਾਂਦਾ ਸੀ, ਗੇਨਿੰਗ ਸੈਕਰੀਫਾਈਸ ਇਕੁਅਲਸ ਟੂ 올ਡ ਮਾਈਨਸ ਨਿਊ। ਬਟ ਹੁਣ ਥੋੜੀ ਜਿਹੀ ਸਿਚੁਏਸ਼ਨਸ ਅਲੱਗ-ਅਲੱਗ ਹੋਣਗੀਆਂ, ਉਹ ਸਿਚੁਏਸ਼ਨਸ ਨੂੰ ਸਮਝੋ। ਦੇਖੋ ਨਵਾਂ ਪਾਰਟਨਰ ਆ ਰਿਹਾ, ਏ ਤੇ ਬੀ 올ਡ ਪਾਰਟਨਰ ਨੇ, ਸੀ ਪਾਰਟਨਰ ਆ ਰਿਹਾ ਪਹਿਲੇ ਕੇਸ ਦੇ ਵਿੱਚ, ਔਰ ਆਪਾਂ ਨੂੰ ਕੁਐਸਚਨ ਦੇ ਵਿੱਚ ਗਿਵਨ ਆ 올ਡ ਰੇਸ਼ੋ ਐਂਡ ਸੀ ਕਿੰਨਾ ਹਿੱਸਾ ਲੈਣ ਜਾ ਰਿਹਾ ਪ੍ਰੋਫਿਟ ਦੇ ਵਿੱਚ। ਸਪੋਜ਼ ਕਰੋ 1/10। ਹੁਣ ਕੁਐਸਚਨ ਦੇ ਵਿੱਚ ਤੁਹਾਨੂੰ ਕੀ ਗਿਵਨ, 올ਡ ਰੇਸ਼ੋ ਐਂਡ ਸੀ ਦਾ ਜਿਹੜਾ ਪਾਰਟਨਰ ਦਾ ਹਿੱਸਾ ਵਾ ਉਹ ਤੁਹਾਨੂੰ ਗਿਵਨ। ਕਲੀਅਰ? ਫਸਟ ਕੁਐਸਚਨ ਦੇ ਵਿੱਚ 올ਡ ਰੇਸ਼ੋ ਤੇ ਸੀ ਦਾ ਪ੍ਰੋਫਿਟ ਸ਼ੇਅਰਿੰਗ ਪਾਰਟ। ਓਕੇ। ਸੈਕੰਡ ਕੁਐਸਚਨ ਇਦਾਂ ਹੋ ਸਕਦਾ ਕਿ ਤੁਹਾਨੂੰ ਨਿਊ ਰੇਸ਼ੋ ਦਿੱਤੀ ਹੋਵੇ, 올ਡ ਨੇ ਦਿੱਤੀ ਹੋਵੇ, ਤੇ ਤੁਹਾਨੂੰ ਸੀ ਦਾ ਪ੍ਰੋਫਿਟ ਮਾਰਜਨ ਪਾਰਟ ਦਿੱਤਾ ਹੋਵੇ, ਤੇ ਤੁਹਾਨੂੰ ਕਿਹਾ ਹੋਵੇ ਤੁਸੀਂ 올ਡ ਕੈਲਕੂਲੇਟ ਕਰਨੀ ਹੈ। ਪਹਿਲੀ ਸਿਚੁਏਸ਼ਨ ਦੇ ਵਿੱਚ ਨਿਊ ਕੈਲਕੂਲੇਟ ਕਰਨੀ ਸੀਗੀ। ਕਲੀਅਰ? ਸੋ ਇਦਾਂ ਦੇ ਕੇਸਿਸ ਆ ਜਾਣਗੇ, ਆਪਾਂ 1 ਬਾय 1 ਡਿਸਕਸ ਕਰੀ ਜਾਵਾਂਗੇ। ਕਲੀਅਰ? ਲੈਟਸ ਸਟਾਰਟ। ਮੈਂ ਤੁਹਾਨੂੰ ਪਹਿਲਾ ਕੇਸ ਲਿਖਦੇ ਆ, ਫਿਰ ਆਪਾਂ ਡਿਸਕਸ ਕਰਦੇ ਹਾਂ। ਹਾਂਜੀ ਬੱਚੋ, ਆ ਕੇਸ ਆ ਇੱਕ, ਤੁਹਾਨੂੰ ਦੇਖ ਕੇ ਪੜ੍ਹ ਕੇ ਲੱਗੂਗਾ ਕਿ ਅਸੀਂ ਆਲਰੇਡੀ ਕੀਤਾ ਹੋਇਆ, ਬਟ ਇਹਨੂੰ ਕਰਨ ਦਾ ਤਰੀਕਾ ਇੱਥੇ ਥੋੜਾ ਬਦਲ ਜਾਂਦਾ। ਦੇਖੋ A and B are partners, their profit sharing ratio 5:3 ਤੇ C ਇੱਕ ਨਵਾਂ ਪਾਰਟਨਰ ਆ ਗਿਆ, C admitted for 1/4 share in the profit। ਹੁਣ 1/4 share in the profit ਤਾਂ ਆਪਾਂ ਨੂੰ ਕਹਿਤਾ, ਮੈਂ ਆਪਾਂ ਇੱਥੇ ਜਲਦੀ ਲਿਖ ਲੈਂਦੇ ਆ ਕਿ A ਤੇ B ਪਾਰਟਨਰ ਨੇ ਤੇ ਜਿਨ੍ਹਾਂ ਦੀ ਰੇਸ਼ੋ ਆ 5/8 ਐਂਡ 3/8। C ਨਵਾਂ ਪਾਰਟਨਰ ਆ ਗਿਆ ਜਿਹਦਾ ਕੀ ਸ਼ੇਅਰ ਹੋਊਗਾ 1/4। ਹੁਣ C ਨਵਾਂ ਆਇਆ, ਉਹਨੇ A ਤੋਂ ਕਿੰਨਾ ਲਿਆ, B ਤੋਂ ਕਿੰਨਾ ਲਿਆ, ਇਹ ਤਾਂ ਆਪਾਂ ਨੂੰ ਦਿੱਤਾ ਹੀ ਨਹੀਂ ਕੁਐਸਚਨ ਦੇ ਵਿੱਚ, ਨਾ ਹੀ ਇਹ ਦਿੱਤਾ ਵੀ ਇਹਨੂੰ ਐਡਜਸਟ ਕਿਵੇਂ ਕਰਨਾ, ਕਿ ਕੌਣ ਕਿੰਨਾ ਸੈਕਰੀਫਾਈਸ ਕਰ ਰਿਹਾ, ਕੌਣ ਕਿੰਨਾ ਗੇਨ ਕਰ ਰਿਹਾ, ਇਹ ਆਪਾਂ ਨੂੰ ਕਿਵੇਂ ਪਤਾ ਲੱਗੂਗਾ। ਸੋ ਇਸ ਚੀਜ਼ ਨੂੰ ਧਿਆਨ ਨਾਲ ਸਮਝਿਓ ਬੱਚੋ। ਆਪਾਂ ਕੁਐਸਚਨ ਨੂੰ ਸਟਾਰਟ ਕਿਵੇਂ ਕਰਨਾ, ਇੱਥੇ ਦੇਖੋ ਕਿ C ਪਾਰਟਨਰ ਆ, ਉਹ 1/4 ਸ਼ੇਅਰ ਲੈ ਕੇ ਆ, 1/4 ਸ਼ੇਅਰ ਉਹਦਾ ਪ੍ਰੋਫਿਟ ਦੇ ਵਿੱਚ ਆ। 1/4 ਮੰਨ ਕੇ 1/4 ਦਾ ਮਤਲਬ ਕੁੱਲ ਇੱਕ ਹਿੱਸਾ ਵਾ ਪੂਰਾ ਫਰਮ ਦਾ, ਇੱਕ ਮਤਲਬ ਜੇ 1 ਰੁਪਈਆ ਵਾ ਤਾਂ ਉਹ ਚੌਥਾ ਹਿੱਸਾ ਲਊਗਾ 1 ਰੁਪਈਏ ਦਾ। ਕਲੀਅਰ? ਇਸ ਚੀਜ਼ ਨੂੰ ਸਮਝਿਓ ਕਿ ਉਹ ਚੌਥਾ ਹਿੱਸਾ ਲਊਗਾ ਰੁਪਈਏ ਦਾ। ਜੇ 100 ਰੁਪਈਆ ਵਾ ਤਾਂ ਉਹ 25 ਰੁਪਏ ਲਊਗਾ। ਇਦਾਂ ਹੀ ਆ ਨਾ। ਦੇਖੋ ਜੇ 100 ਰੁਪਇਆ ਕੰਪਨੀ ਨੂੰ ਪ੍ਰੋਫਿਟ ਹੋ ਰਿਹਾ, ਇਸ ਚੀਜ਼ ਨੂੰ ਧਿਆਨ ਨਾਲ ਸਮਝੋ, ਮੈਂ ਈਜ਼ੀ ਕਰਕੇ ਸਮਝਾ ਰਿਹਾ, ਤਾਂ ਉਹ ਜਿਹੜਾ ਚੌਥਾ ਹਿੱਸਾ ਲਊਗਾ ਮੀਨਸ 25 ਰੁਪਏ ਤਾਂ ਸੀ ਦੇ ਹੋ ਗਏ। ਇਹ ਤਾਂ ਗੱਲ ਕਲੀਅਰ ਹੋ ਗਈ। ਬਾਕੀ ਜਿਹੜੇ 75 ਰੁਪਏ ਰਹਿ ਗਏ ਉਹ ਕਿੱਥੇ ਵੰਡੇ ਜਾਣਗੇ? ਉਹ ਵੰਡੇ ਜਾਣਗੇ A ਤੇ B ਦੇ ਵਿੱਚ। 75 ਰੁਪਏ ਵੰਡੇ ਜਾਣਗੇ ਨਾ A ਤੇ B ਦੇ ਵਿੱਚ, ਏਦਾਂ ਹੀ ਹੋਊਗਾ ਨਾ। ਸੋ ਉਹ A ਤੇ B ਦੇ ਵਿੱਚ ਕਿਵੇਂ ਵੰਡੇ ਜਾਣਗੇ, ਆਪਾਂ ਉਸ ਚੀਜ਼ ਨੂੰ ਸਮਝਣਾ ਵਾ। ਦੇਖੋ C ਪਾਰਟਨਰ ਆ, ਦੈਟ ਮੀਨਸ ਕੁੱਲ ਹਿੱਸਾ ਫਰਮ ਦਾ ਕਿੰਨਾ, ਫਰਮ ਦਾ ਟੋਟਲ ਪ੍ਰੋਫਿਟ ਮਾਰਜਨ ਜੇ ਆਪਾਂ ਕਹਿ ਲਈਏ 1, ਔਰ C ਦਾ ਕਿੰਨਾ ਹੋ ਗਿਆ 1/4, ਤੇ ਲੈਫਟ ਮਾਰਜਨ ਕਿੰਨਾ ਹੋ ਗਿਆ, ਲੈਫਟ ਮਾਰਜਨ ਆਫ ਪ੍ਰੋਫਿਟ
फॉर ओल्ड पार्टनर्स, ये समझण लई है, इदी स्टोरी नहीं जी। फॉर ओल्ड पार्टनर्स ये थोड़ा ईजी करके समझण लई है। देखो मैं दोबारा समझाना, मान लो फर्म को एक हिस्सा कुल ते 1/4 हिस्सा सी लै जांदा तां बाकी कितना बच गया, लेफ्ट 1/4, एक चों 1/4 माइनस कर देंगे तो कितना बजूगा 3/4। आ जिहड़ा 3/4 आ बच्चे, आ जिहड़ा 3/4 आ वो कित्थे जाऊगा, वो ओल्ड पार्टनर्स दे विच जाऊगा। मैं कुछ भी नवा नहीं कर रहा, मैं वही प्रॉफिट लेके चल रहा। जे कंपनी ने 100 रुपया प्रॉफिट होया तो चौथा हिस्सा 25 रुपए सी ले लूगा। 25 रुपए मीनस 25/100, 25/100 सी ले जूगा। और ए ते बी लिए कितना बच गया, ए ते बी लिए कितना बच गया बच्चों 75 रुपये, किन्ने चों 100 चों। जे तुसीं इहनूं कैलकुलेट करोगे तो सेम बन जूगा। क्लीयर, देखो देखो 25 कम 25 चौका 100 ते 25 तीह 75, 25 चौका 100, 3/4 ही आ जाऊगा। कुछ भी नवा नहीं कर रहे, जस्ट तुहानूं समझाउण लई है, ये एग्जांपल तुहानूं समझाउण लई है, नथिंग एल्स। हुण देखो 1/4 फर्म का हिस्सा 1 का, सी ने 1/4 हिस्सा ले लिया, बाकी कितना बच गया 3/4। आ जिहड़ा 3/4 आए किने लेना, हुण ये किहदे कोल जाना, ये ओल्ड पार्टनर्स कोले। बई फर्म का 1/4 हिस्सा तो इन्हें ले लिया, बाकी थोड़ा वा, तुसीं आपस च डिस्ट्रीब्यूट कर लो। हुण डिस्ट्रीब्यूट किवें करनगे, डिस्ट्रीब्यूट करन दे लई बच्चे इन्हां नूं कुछ भी एक्सट्रा नहीं करना, जस्ट आपां जिहड़ा रिमेनिंग शेयर आ वो पार्टनर्स दे विच डिस्ट्रीब्यूट कर देना। रिमेनिंग शेयर, रिमेनिंग शेयर कितना 3/4, और ये पार्टनर्स दे विच किवें डिस्ट्रीब्यूट करना, इन्हां दी ओल्ड रेशो दे विच। हुण आपां चेक करांगे ए दा शेयर कितना होया, ए दा शेयर कितना 5/8 ते रिमेनिंग शेयर चों ए दा कितना होगा 3/4। 3/4 हिस्सा आपां इहदे नाल मल्टीप्लाई कर देंगे, सो ये आ जाऊगा 5 तीह 15, 8 चौका 32। क्लियर बच्चों, सो ए दा शेयर आ गया, और बी दा शेयर कितना हो जाऊगा, बी दा शेयर, गल समझ लग रही है ना। मतलब मैं कहने का मतलब यह है कि जिहड़ा 3/4 नूं आ वो 3/4 हिस्सा रह गया, दोनों च बन देंगे उन्हां दी ही ओल्ड रेशो च, भाई जिन्ना जिन्ना थोड़ा सीगा उस हिसाब नाल ही तुहानूं अगे मिल जू। अगे किवें मिल लिया, आ देखो बी नूं कितना सीगा 3/8, और रिमेनिंग शेयर कितना सीगा 3/4। आ 3/4 नूं आपां दोनों नाल मल्टीप्लाई कर देना तो आपां नूं क्लीयर हो जाऊगा कि देखो ए नूं जिहड़ी 15/32 मिलूगा फ्यूचर दे विच, बी नूं 9/32 मिलूगा, और सी नूं कितना मिलूगा, सी शेयर कितना वा, वैसे तो 1/4 आ, बट आपां बेस इक्वल करने, ये गल याद रखियो। आपां जिहड़ा बेस इक्वल करना, सो बेस इक्वल करने लई आपां नूं की करना पऊगा 8 नाल दोने पासे मल्टीप्लाई, क्योंकि 8 4 जा 32 हुंदा। आपां बेस इक्वल करना तो आपां बेस नूं देख लांगे कि किन्ने नाल मल्टीप्लाई करके आऊगा। सो 8 4 जा 32, सो आज सी दी रेशो आ जाऊगी। क्लियर बच्चों, सो थोड़ी न्यू रेशो की हो जाऊगी 15:9:8। क्लियर बच्चे, ये देखण नूं सौखा वा, बस इस चीज नूं समझियो कि क्वेश्चन थोड़े थोड़े चेंज हुंदे। आपां नूं लगदा सानूं तां आउण लग गया ओल्ड प्रॉफिट शेयरिंग गेनिंग रेशो कैलकुलेट करनी आउंदी है। हाँ हुण तुहानूं न्यू रेशो भी पता लग गई, ओल्ड रेशो भी पता, हुण तुसीं सैक्रीफाइस गेन कैलकुलेट कर लोगे। क्लीयर, बट उस तो पहला थोनू इस लेवल तक पहुंचना पैना, इस चीज नूं समझना पैना कि क्वेश्चन च किवें दित्ता। इत्थे आपां नूं सिर्फ सी दी हिस्सा देता कि उन्हें प्रॉफिट दा शेयरिंग इन्ना लेना, सो आपां लेफ्ट वन कैलकुलेट करके दूसरे पार्टनर्स दे विच डिस्ट्रीब्यूट कर देना। क्लीयर बच्चों, हुण आपां नैक्सट सैकेंड केस करांगे कि सैकेंड केस जे इस तो डिफरेंट आ जाए तो आपां किवें उसनूं अटैम्प्ट करना, किवें कैलकुलेशन करांगे। हाँ जी बच्चों, सैकेंड केस देखो, मैं सैकेंड दे विच ही नैक्सट 2-3 केस हम समझाउण दी कोशिश करूंगा ताकि अपना जल्दी जल्दी कवर हो जाए। ए एंड बी पार्टनर सीगे, उन्हां दी ओल्ड रेशो 5:3 ये नवां क्वेश्चन आ। सी आपां नवां पार्टनर एडमिट कीता जिहदा की हिस्सा 1/5 आ, कोई प्रॉब्लम नहीं, बट इत्थे नवीं चीज की देती, कहंदा सी टेक्स 1/10 फ्रॉम ए 1/10 फ्रॉम बी। कहंदा उन्हें 1/10 हिस्सा लिया ए तो 1/10 हिस्सा लिया बी तो। फ्रॉम आ गया बच्चे, ये गल याद रखियो। असल दे विच जदों आपां इत्थे तुहानूं फ्यूचर दे विच 2-3 केस मिलणगे, या तो फ्रॉम मिलूगा वर्ड लिखिया कि फ्रॉम ए
ਜਾਂ ਮਿਲੂਗਾ ਆਫ ਏ। ਇਹਨਾਂ ਦੇ ਵਿੱਚ ਫਰਕ ਆ। ਆਫ ਦੇ ਹੋਇਆ ਤਾਂ ਆਪਾਂ ਮਲਟੀਪਲਾਈ ਕਰਾਂਗੇ, ਫਰੋਮ ਹੋਇਆ ਤਾਂ ਆਪਾਂ ਮਾਈਨਸ ਕਰਾਂਗੇ। ਫਰੋਮ ਹੁਣ ਕੋਈ ਪਰਸਨ ਕਵੇ ਕਿ ਮੈਂ ਏ ਕੋਲੇ 5 ਟੌਫੀਆਂ ਤੇ ਮੈਂ ਜੀ 2 ਲੈ ਆਇਆ ਏ ਤੋਂ, ਫਰੋਮ ਆਈ ਵਿਲ ਟੇਕ ਫਰੋਮ 2 ਹਨਾ, ਫਰੋਮ ਏ। ਸੋ ਉਹ 2 ਲੈ ਆਇਆ ਤਾਂ ਪਿੱਛੇ ਕਿੰਨੀਆਂ ਰਹੀਆਂ? 3 ਕਿਵੇਂ ਰਹੀਆਂ? ਆਪਾਂ ਮਾਈਨਸ ਕੀਤਾ ਤਾਂ ਇੱਥੇ ਵੀ ਸਿੰਪਲ ਮਾਈਨਸ ਕਰ ਦਾਂਗੇ। ਸੋ ਪਹਿਲਾ ਕੇਸ ਕੀ ਆ ਆਪਣਾ? ਆਪਾਂ ਕੇਸ ਕਰ ਰਹੇ ਹਾਂ ਫਸਟ ਵਨ, ਸੈਕਿੰਡ ਦਾ ਫਸਟ ਪਾਰਟ ਮੀਨਸ ਫਰੋਮ ਵਾਲੀ ਜੋ ਵੈਲਿਊ ਆ, ਤਾਂ ਫਰੋਮ ਵਾਲੇ ਦੇ ਵਿੱਚ ਕੀ ਕਰਾਂਗੇ ਆਪਾਂ? ਈਜ਼ੀਲੀ ਸਬਟਰੈਕਟ ਕਰ ਦਾਂਗੇ। ਦੇਖੋ A ਦਾ ਕਿੰਨਾ ਹਿੱਸਾ ਸੀਗਾ? 5/8। B ਦਾ ਕਿੰਨਾ? 3/8। ਕਲੀਅਰ? C ਆਇਆ, C ਕਹਿੰਦਾ ਜੀ ਮੇਰਾ 1/5 ਉਹਨੇ ਕਲੀਅਰ ਕਰਤਾ ਵੀ ਮੈਂ 1/5 ਲੈਣਾ ਵਾ। ਤੇ ਹੁਣ ਉਹਨੇ ਇਹ ਵੀ ਦੱਸਤਾ ਵੀ A ਤੋਂ ਕਿੰਨਾ ਲੈਣਾ ਤੇ B ਤੋਂ ਕਿੰਨਾ ਲੈਣਾ। ਸੋ A ਤੋਂ ਕਿੰਨਾ ਲਿਆ ਉਹਨੇ? A ਦਾ ਕੁੱਲ ਹਿੱਸਾ ਸੀਗਾ 5, C ਦਾ ਹੈਗਾ ਵਾ 1/5। ਆਪਾਂ ਇੱਥੇ ਕਰਦੇ ਆ ਨੈਕਸਟ। ਉਹਨੇ A ਤੋਂ ਕਿੰਨਾ ਲਿਆ ਤਾਂ A ਦਾ ਪੁਰਾਣਾ, A ਦਾ ਨਵਾਂ ਕਿੰਨਾ ਬਚ ਗਿਆ? ਇਹ 올ਡ ਰੇਸ਼ੋ ਹੋਗੀ ਹਨਾ। ਸੋ ਉਹਨੇ A ਤੋਂ ਕਿੰਨਾ ਲਿਆ? 1/10। ਹੁਣ A ਨੂੰ ਸੈਕਰੀਫਾਈਸ ਕਿੰਨਾ ਕਰਨਾ ਪਏਗਾ? ਇਹ ਸੈਕਰੀਫਾਈਸ ਦਿੱਤਾ ਹੋਇਆ ਆਲਰੇਡੀ ਆਪਾਂ ਨੂੰ 1/10। ਤਾਂ A ਕੋਲੇ ਪੈਂਡਿੰਗ ਕਿੰਨਾ ਬਚ ਗਿਆ A ਦਾ? ਤੁਸੀਂ ਕੈਲਕੂਲੇਟ ਕਰੋਗੇ ਤਾਂ ਇਹ ਤੁਹਾਨੂੰ ਈਜ਼ੀਲੀ ਕੈਲਕੂਲੇਟ ਹੋ ਜਾਊਗਾ ਕਿ A ਦਾ ਪੁਰਾਣਾ ਹਿੱਸਾ ਕਿੰਨਾ ਬਚ ਗਿਆ। ਮਤਲਬ 5/8 올ਡ ਸੀਗੀ, 1/10 ਉਹਨੇ ਸਰੈਂਡਰ ਕਰਤਾ ਨਾ, ਕਿਸੇ ਨੂੰ ਦੇ ਦੇਣਾ, ਮਤਲਬ ਸੈਕਰੀਫਾਈਸ ਕਰ ਲੈਣਾ, ਸਰੈਂਡਰ ਕਰ ਲੈਣਾ, ਇੱਕੋ ਹੀ ਵਰਡਸ ਨੇ। ਸੋ ਜੇ ਉਹਨੇ ਇਹਨੂੰ ਪੇਮੈਂਟ ਕਰਤੀ ਤਾਂ ਜੇ ਤੁਸੀਂ ਇਹਦੀ ਕੈਲਕੂਲੇਸ਼ਨਸ ਕਰੋਗੇ ਤਾਂ ਇਹ 21/40 ਆ ਜੂਗੀ। ਮਤਲਬ ਤੁਸੀਂ ਐਲਸੀਐਮ ਲੈ ਕੇ ਇਹਨੂੰ ਸੌਰਟ ਆਊਟ ਕਰੋਗੇ ਤਾਂ 21/40 ਆ ਜੂਗਾ। ਸੇਮ B ਦਾ ਕੇਸ ਦੇ ਵਿੱਚ ਆ ਕੀ ਹੋ ਗਿਆ? ਹੁਣ ਆ ਆਇਆ ਕੀ ਆ? ਪਹਿਲਾਂ ਤਾਂ ਇਹ ਸਮਝੋ 21/40 A ਦੀ ਪੁਰਾਣੀ ਰੇਸ਼ੋ 5/8 ਸੀਗੀ, ਉਹਨੇ 1/10 ਹਿਸਾਬ ਦੀ ਰੇਸ਼ੋ ਚੋਂ C ਨੂੰ ਦੇਤਾ ਤੇ ਬਾਕੀ ਜਿਹੜਾ ਬਚ ਗਿਆ ਉਹ ਕੀ ਹੋਇਆ? ਉਹਦੀ ਨਿਊ ਰੇਸ਼ੋ ਹੋਈ। ਕਲੀਅਰ? ਜਿਹੜਾ ਬਾਕੀ ਬਚ ਗਿਆ ਉਹਦੀ ਕੀ ਹੋਈ? ਨਿਊ ਰੇਸ਼ੋ ਹੋਈ। ਸੋ 21/40 ਕੀ ਆ? ਨਿਊ ਰੇਸ਼ੋ ਆ A ਦੀ। ਕਲੀਅਰ? ਜੇ 5 ਟੌਫੀਆਂ ਸੀ ਆਪਾਂ 2 ਦੇ ਦਈਏ ਕਿਸੇ ਨੂੰ ਤਾਂ ਜਿਹੜੀਆਂ 3 ਬਚ ਗਈਆਂ ਉਹ ਨਵੀਆਂ ਨੇ, ਨਵੀਂ ਕੰਡੀਸ਼ਨ ਆ ਗਈ ਆਪਣੇ ਕੋਲ 3 ਵਾਲੀ। ਸੇਮ ਇੱਥੇ ਆ। ਉਵੇਂ B ਦੇ ਕੇਸ ਦੇ ਵਿੱਚ 3/8 ਹਿੱਸਾ ਸੀਗਾ ਤਾਂ 1/10 ਹਿੱਸਾ ਤਾਂ ਉਹਨੇ C ਨੂੰ ਦੇਤਾ। ਤਾਂ ਜੇ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਇਹ ਤੁਹਾਡਾ 11/40 ਆ ਜਾਊਗਾ। ਇਹ B ਦਾ ਹੋ ਗਿਆ ਕੇਸ। ਇਹ B ਦੀ ਨਿਊ ਰੇਸ਼ੋ ਆ ਗਈ। ਹੁਣ ਕੁਐਸਚਨ ਅਰਾਈਜ਼ ਹੁੰਦਾ ਵੀ C ਦੀ ਨਿਊ ਰੇਸ਼ੋ ਕੀ ਆ? C ਦੀ ਤਾਂ ਆਪਾਂ ਨੂੰ ਗਿਵਨ ਆ। C ਦੀ ਕਿੰਨੀ ਆਪਾਂ ਨੂੰ ਆਲਰੇਡੀ ਗਿਵਨ ਆ ਜੀ 1/5। ਇਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਬਸ ਇਸ ਚੇਂਜ ਕੀ ਕਰਨਾ ਮੈਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀਗਾ। ਇਹ ਸਾਰੀਆਂ ਨਿਊ ਰੇਸ਼ੋਸ ਹੋ ਗਈਆਂ। ਆਪਾਂ ਲਿਖ ਲੈਂਦੇ ਆ ਨਿਊ ਰੇਸ਼ੋਸ 21/40, 11/40 ਐਂਡ 1/5। ਕੁਛ ਚੰਗਾ ਜਿਹਾ ਨਹੀਂ ਲੱਗ ਰਿਹਾ। ਕੀ ਨਹੀਂ ਚੰਗਾ ਲੱਗ ਰਿਹਾ ਜੀ? ਸਾਨੂੰ ਬੇਸ ਅਲੱਗ-ਅਲੱਗ ਨਹੀਂ ਚਾਹੀਦੇ, ਸਾਨੂੰ ਬੇਸ ਸੇਮ ਚਾਹੀਦੇ ਆ। ਅਸੀਂ ਲਾਸਟ ਕੁਐਸਚਨ 'ਚ ਵੀ ਕੀਤਾ ਸੀਗਾ ਤਾਂ ਅਸੀਂ ਜੀ ਬੇਸ ਇਕੁਅਲ ਕਰ ਦਾਂਗੇ। 21/40, 11/40 ਔਰ 5 ਕਿੰਨੇ ਜਾਂ 40 ਹੁੰਦਾ ਜੀ? 5 8 ਜਾਂ 40। ਸੋ 8 ਨੂੰ ਦੋਨੇ ਪਾਸੇ ਮਲਟੀਪਲਾਈ ਕਰ ਦਾਂਗੇ। ਸੋ ਇਹ ਕੀ ਆ ਗਈ ਤੁਹਾਡੀ? ਨਿਊ ਰੇਸ਼ੋ। ਕਲੀਅਰ ਬੱਚੋ? ਸੋ ਇਹ ਕੀ ਆ ਗਈ ਤੁਹਾਡੀ? ਨਿਊ ਰੇਸ਼ੋ। ਧਿਆਨ ਨਾਲ ਸਮਝੋ, ਕੇਸਿਸ ਤੇ ਡਿਪੈਂਡ ਕਰਦਾ ਆਪਾਂ ਕੁਐਸਚਨ ਨੂੰ ਕਿਵੇਂ ਸੋਲਵ ਕਰਨਾ। ਦੇਖੋ ਪਿਛਲਾ ਕੁਐਸਚਨ ਕਿਵੇਂ ਸੋਲਵ ਕੀਤਾ ਸੀ, ਆ ਕੁਐਸਚਨ ਕਿਵੇਂ ਸੋਲਵ ਕਰ ਰਹੇ ਹਾਂ। ਕਲੀਅਰ? ਉਹ ਉੱਥੇ ਕੀ ਦਿੱਤਾ ਸੀ ਆਪਾਂ ਨੂੰ? ਸਿਰਫ C ਦੀ ਨਵੀਂ ਰੇਸ਼ੋ ਦਿੱਤੀ ਸੀ ਤੇ A B ਦੀ ਪੁਰਾਣੀ ਦਿੱਤੀ ਸੀ। ਇੱਥੇ ਆਪਾਂ ਨੂੰ ਦੱਸਤਾ ਵੀ C ਨੇ ਉਹ ਤੋਂ ਇੰਨਾ ਲਿਆ ਤੇ ਉਹਦੇ ਤੋਂ ਇੰਨਾ ਲਿਆ। ਕਲੀਅਰ ਬੱਚੋ? ਸੋ ਨੈਕਸਟ ਇਹਦੇ ਨਾਲ ਦਾ ਇੱਕ ਹੋਰ ਕੇਸ ਕਰਦੇ ਆ। ਹੁਣੀ ਮੈਂ ਤੁਹਾਨੂੰ ਦੱਸ ਕੇ ਹਟਿਆ। ਇੱਕ ਪਾਰਟ 2 ਕਰ ਲਓ। ਇਹਦਾ ਸੇਮ ਹੀ ਆ ਅਸਲ ਦੇ ਵਿੱਚ। ਪਾਰਟ 2 ਹੁਣ ਮੈਂ ਇੱਥੇ ਕੰਡੀਸ਼ਨ ਚੇਂਜ ਕਰ ਦਿੰਦਾ ਕਿ C ਪਾਰਟਨਰ ਆਇਆ, ਉਹ ਕਹਿੰਦਾ 1/5 ਲੈ ਕੇ ਆ ਰਿਹਾ। ਬਾਕੀ ਕੁਐਸਚਨ ਸੇਮ ਆ। A ਤੇ B ਦੀ ਰੇਸ਼ੋ ਆ ਜਿਹੜੀ 5/3 ਆ। C ਆਇਆ 1/5। ਆ ਨਹੀਂਗਾ ਹੁਣ ਤੇ ਆਪਾਂ ਨੂੰ ਬਸ ਇਹ ਨਹੀਂ ਦੱਸਿਆ ਵੀ C ਨੇ A ਤੋਂ ਕਿੰਨਾ ਲਿਆ ਤੇ B ਤੋਂ ਕਿੰਨਾ ਲਿਆ। ਆ ਫਰਸਟ ਪਾਰਟ ਆਪਾਂ ਕਹਿ ਸਕਦੇ ਹਾਂ। ਬਟ ਸੈਕਿੰਡ ਪਾਰਟ ਦੇ ਵਿੱਚ ਹੁਣ ਆਪਾਂ ਨੂੰ ਕੀ ਦੇਤਾ? ਕਹਿੰਦਾ C takes his share ਜਾਂ C acquire his share .
equal in equal proportion from in equal proportion from both partners. both partners ਕਿਹੜੇ ਕਿਹੜੇ ਆ A and B। ਇਹ ਸੈਕਿੰਡ ਪਾਰਟ ਆ, ਗੱਲ ਸਮਝੋ। ਕੁਐਸਚਨ ਦੇ ਵਿੱਚ ਮੈਂ ਉੱਪਰ ਕੰਪਲੀਟ ਕਰ ਦਿੰਦਾ। A and B ਨੇ ਉਹਨਾਂ ਦੀ ਓਲਡ ਰੇਸ਼ੋ ਆ ਜਿਹੜੀ 5:3। ਕਲੀਅਰ, ਇਹ ਸੈਕਿੰਡ ਪਾਰਟ ਆ ਗਿਆ। ਹੁਣ ਇਹਦੇ ਵਿੱਚ ਕੀ ਆ ਬੱਚੋ, ਕਹਿੰਦਾ A ਤੇ B ਦੀ ਪੁਰਾਣੀ ਰੇਸ਼ੋ ਦਿੱਤੀ ਆ, C ਦਾ 1/5 ਸ਼ੇਅਰ ਆ, ਉਹਨੇ ਦੋਨਾਂ ਤੋਂ ਇਕੁਅਲੀ ਲਿਆ, ਦੋਨਾਂ ਤੋਂ ਇਕੁਅਲੀ ਲਿਆ। ਹੁਣ ਉਹ 1/5 ਦੋਨਾਂ ਤੋਂ ਲੈਣ ਨਹੀਂ ਲੱਗਿਆ, ਦੋਨਾਂ ਤੋਂ 1/5 ਉਹਨਾਂ ਲਊਗਾ, ਉਹਦਾ ਤਾਂ ਫਿਰ C ਦਾ ਜਿਹੜਾ ਹਿੱਸਾ ਵਾ ਉਹ ਜ਼ਿਆਦਾ ਵੱਧ ਜਾਊਗਾ। ਨਹੀਂ ਨਹੀਂ ਨਹੀਂ, ਆਪਾਂ ਕੀ ਕਰਨਾ, ਇਸ ਚੀਜ਼ ਨੂੰ ਸਮਝੋ। C ਨੇ 1/5 ਸ਼ੇਅਰ ਉਹਦਾ ਟੋਟਲ ਆ, ਟੋਟਲ ਦਾ ਅੱਧ, ਮਤਲਬ ਮੇਰੇ ਜੇ ਦੋ ਹਿੱਸੇ ਹੋਣਗੇ, ਮੈਂ A ਤੇ B ਤੋਂ ਲੈਣੇ ਤਾਂ ਇੱਕ A ਦਊਗਾ ਇੱਕ B ਦਊਗਾ। ਉਵੇਂ A C ਦਾ ਇਕੁਅਲ ਪ੍ਰੋਪੋਰਸ਼ਨ, ਇੱਕ C ਨੂੰ ਆਪਾਂ ਦੋ ਹਿੱਸਿਆਂ 'ਚ ਵੰਡ ਦਾਂਗੇ। C ਨੂੰ ਦੋ ਹਿੱਸਿਆਂ 'ਚ ਵੰਡਣ ਲਈ ਮੈਂ ਇੱਥੇ ਐਗਜ਼ਾਮਪਲ ਦੇ ਤੌਰ ਤੇ ਲਿਖ ਲਓ ਕਿ ਮੇਰੇ ਕੋਲ 10 ਰੁਪਏ ਨੇ ਦੋ ਨਾਲ ਹਿੱਸਿਆਂ 'ਚ ਵੰਡਣ ਲਈ, ਤਾਂ ਮੈਂ ਦੋ ਨਾਲ ਡਿਵਾਈਡ ਕਰ ਦੇਣਾ ਕਿ ਮੈਂ 5 ਤੇ 5 ਲਊਂਗਾ। ਬਟ ਇੱਥੇ ਕੀ ਆ, ਮੈਂ 1/2 ਕਿਉਂ ਲਿਖਿਆ, ਜੇ ਤੁਸੀਂ ਇਹਨੂੰ ਡਿਵਾਈਡ ਵੀ ਕਰੋਗੇ ਤਾਂ ਉਹ ਘੁੰਮ ਕੇ 1/2 ਹੀ ਬਣ ਜਾਊਗਾ। ਮੈਥਮੈਟਿਕਲੀ ਕੈਲਕੂਲੇਸ਼ਨਸ ਆ ਇਹ। ਸੋ ਜਦੋਂ ਵੀ ਆਪਾਂ ਨੂੰ ਇਕੁਅਲੀ ਕਿਹਾ ਜਾਵੇ ਤਾਂ ਆਪਾਂ 1/2 ਕਰ ਦੇਣਾ। ਸੋ ਦੈਟ ਮੀਨਸ ਕਿ C ਦਾ ਹਾਫ ਕਿੰਨਾ ਹੋ ਗਿਆ, 1/10 ਐਂਡ 1/10। ਜੇ ਤੁਸੀਂ ਇਹਨੂੰ ਸੋਲਵ ਕਰੋਗੇ 1/10, ਮਤਲਬ ਹਾਫ ਦੋ ਹਿੱਸੇ ਬਣ ਗਏ, 1/10। ਹੁਣ ਇਹਦਾ ਮਤਲਬ ਉਹੀ ਗੱਲ ਹੋਗੀ ਕਿ 1/10 ਉਹ A ਤੋਂ ਲਊਗਾ ਤੇ 1/10 ਉਹ B ਤੋਂ ਲਊਗਾ। ਕਲੀਅਰ, ਜਸਟ ਇਹਦੇ ਅੰਦਰ ਵਰਡਿੰਗ ਚੇਂਜ ਸੀਗੀ। ਹੁਣ ਕੀ ਆ, ਇਹਦਾ ਮਤਲਬ ਉਹੀ ਹੋ ਗਿਆ ਕਿ C will take 1/10 from A and 1/10 from B। ਬਾਕੀ ਕੁਐਸਚਨ ਤੁਹਾਡਾ ਸਾਰਾ ਸੇਮ ਸੋਲਵ ਹੋ ਜਾਊਗਾ ਕਿ ਆਪਾਂ A ਚੋਂ 1/10 ਮਾਈਨਸ ਕਰ ਦਾਂਗੇ ਤੇ B ਚੋਂ ਵੀ 1/10 ਮਾਈਨਸ ਕਰ ਦਾਂਗੇ। ਬਟ ਐਂਡ ਦੇ ਵਿੱਚ ਜੋ ਵੀ ਹਿੱਸਾ ਆਊਗਾ C ਦਾ ਤਾਂ 1/5 ਹੀ ਆ। ਕਲੀਅਰ, ਜੇ ਤੁਸੀਂ 1/10 ਨੂੰ ਪਲੱਸ ਕਰੋਗੇ ਅਗੇਨ 1/5 ਹੀ ਬਣ ਜਾਊਗਾ। ਕਲੀਅਰ, ਆਪਾਂ ਕਰਕੇ ਦੇਖ ਲੈਂਦੇ ਆ। ਜੇ ਕਿਸੇ ਨੂੰ ਡਾਊਟ ਹੋਵੇ 1/10 ਕਰੋਗੇ ਤਾਂ 10 ਆ ਜਾਊ, ਉੱਪਰ 2 ਆ ਜਾਊਗਾ, ਤਾਂ ਦੇਖੋਗੇ 1/5 ਹੀ ਬਣ ਜਾਊਗਾ। ਮਤਲਬ C ਦਾ ਐਗਜ਼ੈਕਟ ਹਿੱਸਾ 5 ਹੀ ਆ, ਬਟ ਉਹ A ਤੇ B ਤੋਂ 1/10 ਕਰਕੇ ਲੈ ਗਿਆ। ਕਲੀਅਰ ਬੱਚਿਓ, ਬਾਕੀ ਸਾਰਾ ਕੁਐਸਚਨ ਸੇਮ ਸੋਲਵ ਹੋ ਜਾਊਗਾ। ਹੁਣ ਆਪਾਂ ਚੱਲਦੇ ਆ ਨੈਕਸਟ ਪਾਰਟ ਦੇ ਰਹੀ ਕਿ ਹੋਰ ਇਸ ਰੇਸ਼ੀਓਸ ਨੂੰ ਕੈਲਕੂਲੇਟ ਕਰਨ ਦੇ ਵਿੱਚ ਕਿਵੇਂ ਕਿਵੇਂ ਦੇ ਕੇਸਿਸ ਆ ਸਕਦੇ ਆ। ਹਾਂਜੀ ਬੱਚਿਓ, ਇਹ ਥਰਡ ਕੇਸ ਆ, ਥੋੜਾ ਜਿਹਾ ਟਿਪੀਕਲ, ਜੇ ਸਮਝ ਗਏ ਤਾਂ ਈਜ਼ੀ ਆ, ਨਹੀਂ ਕਨਫਿਊਜ਼ ਹੋ ਜਾਓਗੇ। ਸੋ ਸਟਾਰਟ ਕਰਦੇ ਆ ਆਪਾਂ। A ਤੇ B ਪਾਰਟਨਰ ਨੇ, 5 ਤੇ 3 ਉਹਨਾਂ ਦੀ ਰੇਸ਼ੋ ਆ। ਹੁਣ C ਨਵਾਂ ਪਾਰਟਨਰ ਆ ਗਿਆ। ਨਵਾਂ ਪਾਰਟਨਰ ਆਇਆ ਤਾਂ ਉਹ ਕਹਿੰਦਾ ਜੀ ਮੈਂ ਤਾਂ ਲਊਂਗਾ 3/10 ਹਿੱਸਾ। ਉਹ A ਦਾ ਸੀਗਾ ਫਰੈਂਡ, C ਤੋਂ ਕਹਿੰਦਾ ਜੀ ਮੈਂ ਤਾਂ ਲਊਂਗਾ 3/10 ਹਿੱਸਾ, ਬਟ ਉਹ A ਦਾ ਸੀਗਾ ਫਰੈਂਡ। A ਨੂੰ ਖੁਸ਼ੀ ਹੋਈ ਵੀ ਮੇਰਾ ਫਰੈਂਡ ਕੀ ਆ, ਬਿਜ਼ਨਸ ਜੁਆਇਨ ਕਰ ਰਿਹਾ। ਇਹ ਕਹਿੰਦਾ ਖੁਸ਼ੀ ਦੇ ਵਿੱਚ ਕਹਿੰਦਾ ਜੀ 3/10 ਦਾ ਅੱਧਾ ਹਿੱਸਾ ਤਾਂ ਤੈਨੂੰ ਮੈਂ ਹੀ ਦੇ ਦੂੰ। ਮਤਲਬ ਜੋ ਵੀ ਤੇਰਾ ਪ੍ਰੋਫਿਟ ਸ਼ੇਅਰਿੰਗ 3/10 ਲੈ ਕੇ ਆ ਰਿਹਾ, ਉਹਦਾ ਹਾਫ ਆ ਜਿਹੜਾ ਮੇਰੇ ਕੋਲ ਤੈਨੂੰ ਗਿਫਟ ਆ। ਮੈਂ ਲਿਖਤਾ ਆਊਟ ਆਫ ਵਿਚ ਹਾਫ ਵਾਸ ਗਿਫਟਡ ਬਾय A। ਕਿਹਦਾ ਹਾਫ, 3/10 ਦਾ। ਕਲੀਅਰ ਬੱਚਿਓ, ਸੋ ਆਪਾਂ ਪਹਿਲਾਂ ਇਹਨੂੰ ਇੰਨਾ ਕਰ ਲਈਏ, ਨਹੀਂ ਅੱਗੇ ਸਮਝੋ, ਪਹਿਲਾਂ ਕੰਪਲੀਟ ਕਰ ਲਈਏ। ਹਾਫ ਵਾਸ ਗਿਫਟਡ ਬਾय A। ਹੁਣ ਜਿਹੜਾ ਬਾਕੀ ਹਾਫ ਬਚ ਗਿਆ ਉਹ ਕੌਣ ਦਊਗਾ? ਹੁਣ C ਤਾਂ ਉਹਦਾ ਫਰੈਂਡ ਨਹੀਂਗਾ, C ਤਾਂ ਕਹਿੰਦਾ ਮੈਂ B ਤਾਂ ਉਹਦਾ ਫਰੈਂਡ ਨਹੀਂਗਾ, B ਕਹਿੰਦਾ ਮੈਂ ਕਿਉਂ ਹਾਫ ਦਵਾਂ ਬਈ, ਬਾਕੀ ਮੈਂ ਨਹੀਂ ਦੇਣਾ। ਜਿਹੜਾ ਬਚ ਗਿਆ ਉਹ ਵੀ ਇਕੁਅਲੀ ਲੈ ਲਾ। ਮੈਂ ਲਿਖਤਾ ਇੱਥੇ another half taken by C from both A and B equally। ਮਤਲਬ ਉਹਨੇ ਫਿਰ A and B ਤੋਂ ਜਿਹੜਾ ਉਹ ਆਪਣਾ ਹਿੱਸਾ ਲੈ ਲਿਆ ਬੱਚੇ। ਹੁਣ ਇਸ ਚੀਜ਼ ਨੂੰ ਸਮਝੋ, ਮੈਂ ਤੁਹਾਨੂੰ ਕੁਐਸਚਨ ਸਟਾਰਟ ਕਰਨ ਜਾ ਰਿਹਾ, ਕਨਫਿਊਜ਼ ਨਾ ਹੋਇਓ। C ਦਾ ਬੱਚੇ ਜਿਹੜਾ ਸ਼ੇਅਰ ਆ ਉਹ 3/10। ਹੁਣ 3/10 ਨੂੰ ਪਹਿਲਾਂ ਤਾਂ ਦੋ ਹਿੱਸਿਆਂ 'ਚ ਵੰਡ ਲਓ। ਇੱਕ ਤਾਂ ਗਿਫਟਡ ਆ ਹਨਾ, ਇੱਕ ਜਿਹੜਾ ਇਕੁਅਲੀ ਆਪਾਂ ਫਰਦਰ ਲੈਣਾ ਵਾ ਫਰੋਮ ਬੋਥ ਪਾਰਟਨਰਸ। ਕਲੀਅਰ, ਇਸ ਚੀਜ਼ ਨੂੰ ਸਮਝੋ। ਹੁਣ 3/10 ਦਾ ਜੇ ਹਾਫ ਕਰਨਾ ਹੋਵੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਬਈ ਜੇ ਹਾਫ ਕਰਨਾ ਵਾ ਤਾਂ ਹਾਫ ਦੇ ਨਾਲ ਮਲਟੀਪਲਾਈ ਕਰ ਦੇਣਾ। ਸੋ 3/10 ਨੂੰ ਜੇ ਆਪਾਂ ਹਾਫ ਨਾਲ ਮਲਟੀਪਲਾਈ ਕਰਾਂਗੇ ਤਾਂ ਇਹ ਆ ਜਾਊਗਾ 3/20। ਸੋ 3/20 ਤਾਂ ਇੱਧਰ ਆ ਗਿਆ।
ठीक है जी। 3/20 ਇੱਥੇ ਆ ਗਿਆ। ਕਹਿੰਦਾ ਜਿਹੜਾ ਗਿਫਟਡ ਆ ਜੀ ਉਹ ਤਾਂ A ਨਹੀਂ ਦੇਣਾ ਮੈਨੂੰ, ਗੱਲ ਖਤਮ, A ਨਹੀਂ ਦੇਣਾ। ਹੁਣ ਜਿਹੜਾ ਗਿਫਟਡ ਨਹੀਂਗਾ ਕਿਹੜਾ, ਜਿਹੜਾ ਇਕੁਅਲੀ ਟੇਕਨ ਫਰੋਮ ਬੋਥ ਕੌਣ ਆ? ਹੁਣ ਪਹਿਲਾਂ ਉਹ ਲੱਭੋ। ਹੁਣ 3/10 ਹਿੱਸਾ ਉਹਨੇ ਕੀ ਤੋਂ ਲੈਣਾ? A ਤੇ B ਤੋਂ, A ਤੇ B ਤੋਂ ਉਹਨੇ ਲੈਣਾ। ਹੁਣ 3/20 ਦਾ ਵੀ ਹਾਫ, ਹੁਣ 3/20 ਹਿੱਸਾ ਨਾ ਉਹਦਾ ਵੀ ਅੱਧਾ ਉਹ ਤੋਂ ਲੈਣਾ ਤੇ ਅੱਧਾ ਉਹ ਤੋਂ ਲੈਣਾ, ਤਾਂ ਇਹਦਾ ਮਤਲਬ 3/20 ਦਾ ਵੀ ਆਪਾਂ ਨੂੰ ਹਾਫ ਕਰਨਾ ਪਊਗਾ। ਹਾਫ ਮਤਲਬ 1/2, ਸੋ ਇਹ ਆ ਜਾਊਗਾ 3/40। ਸੋ ਇੱਥੇ 3/40 ਲਊਗਾ ਉਹ A ਤੋਂ ਤੇ 3/40 ਲਊਗਾ ਉਹ B ਤੋਂ। ਬਸ ਜੇ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਤਾਂ ਗੱਲ ਖਤਮ। ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜਲਦੀ। 3/10 ਹਿੱਸਾ C ਦਾ ਕੁੱਲ ਸੀਗਾ, ਉਹ ਕਹਿੰਦਾ ਜੀ ਇਹਦਾ ਹਾਫ ਤਾਂ A ਨੇ ਦੇ ਦੇਣਾ ਤੇ ਹਾਫ ਉਹ ਇਕੁਅਲੀ ਵੰਡਣਗੇ, ਤਾਂ ਮੈਂ ਹਾਫ ਕਰਤਾ, ਲਿਖ ਲਿਆ ਬਈ ਆ ਤਾਂ A ਦਊਗਾ। B ਕਹਿੰਦਾ ਮੈਂ ਕਿਉਂ ਹਾਫ ਦਵਾਂ, ਮੈਂ ਕਿਹੜਾ ਇਹਦਾ ਫਰੈਂਡ ਆ। ਸੋ B ਕਹਿੰਦਾ ਇਕੁਅਲੀ ਵੰਡੋ, ਉਹਨਾਂ ਨੇ ਫੇਰ ਇਕੁਅਲੀ ਵੰਡਤਾ, 3/40 ਆ ਗਿਆ, ਹਾਫ ਆ ਗਿਆ। ਤਾਂ ਸੋ 3/40 A ਦਊਗਾ, 3/40 B ਦਊਗਾ। ਹੁਣ ਆਪਾਂ ਪਾਰਟਨਰਸ ਤੋਂ ਲੈਣਾ ਵਾ। ਹੁਣ ਦੇਖੋ ਪਾਰਟਨਰ A ਆ, ਜਿਹੜਾ A ਦਾ ਸ਼ੇਅਰ ਆ ਉਹ ਕਿੰਨਾ ਸੀਗਾ? 5/8। A ਨੇ C ਨੂੰ ਕਿੰਨਾ ਦਿੱਤਾ ਇਹ ਦੇਖੋ, A ਨੇ C ਨੂੰ 3/20 ਦਿੱਤਾ, ਆਪਾਂ ਮਾਈਨਸ ਕਰ ਦਾਂਗੇ ਕਿਉਂਕਿ A ਕੋਲੇ ਤਾਂ ਬਚਿਆ ਨਹੀਂ, ਪਰ A ਨੇ ਆ ਵੀ ਦਿੱਤਾ 3/40, ਆਪਾਂ A ਵੀ ਮਾਈਨਸ ਕਰ ਦਾਂਗੇ। ਕਲੀਅਰ ਬੱਚਿਓ, ਇਸ ਚੀਜ਼ ਨੂੰ ਸਮਝਿਓ। A ਨੇ ਦੋ ਹਿੱਸਿਆਂ 'ਚ ਵੰਡ ਕੇ ਦਿੱਤਾ ਨਾ, ਇੱਕ ਤਾਂ ਹੀ ਗਿਫਟ ਤੇ ਇੱਕ ਜਿਹੜਾ ਇਕੁਅਲੀ ਡਿਸਟ੍ਰੀਬਿਊਟ ਕਰਾਤਾ। ਸੋ B ਨੇ ਜਿਹੜਾ B ਦਾ ਸ਼ੇਅਰ ਆ, B ਕੋਲੇ ਕਿੰਨਾ ਸੀਗਾ? 3/8। B ਨੇ ਕਿੰਨਾ ਦਿੱਤਾ? ਸਿਰਫ ਜੀ 3/40। ਕਹਿੰਦਾ ਮੇਰਾ ਕਿਹੜਾ ਫਰੈਂਡ ਆ, ਮੈਂ ਤਾਂ ਇਹਦਾ ਬਿਜ਼ਨਸ ਉਹਦੇ ਨਾਲ ਡੀਲ ਕਰਨੀ ਆ, ਸਾਨੂੰ ਪੈਸੇ ਦੀ ਲੋੜ ਸੀ, ਅਸੀਂ ਇਹਨੂੰ ਐਡਮਿਟ ਕਰ ਲਿਆ। ਸੋ ਜਦੋਂ ਤੁਸੀਂ ਇਹਦੀ ਕੈਲਕੂਲੇਸ਼ਨ ਕਰੋਗੇ ਤਾਂ ਇਹ 16/40 ਆ ਜਾਊਗਾ, ਔਰ ਜਦੋਂ ਇਹਦੀ ਕਰੋਗੇ ਇਹ 12/40 ਆ ਜਾਊਗਾ। ਔਰ C ਦਾ ਤੁਹਾਨੂੰ ਪਤਾ ਹੀ ਆ, C ਦੀ ਕਿੰਨੀ ਰੇਸ਼ੋ ਸੀਗੀ? C ਦਾ ਸ਼ੇਅਰ ਕਿੰਨਾ? 3/10। ਚਲੋ ਜੀ ਆਪਾਂ ਤਿੰਨਾਂ ਨੂੰ ਇਕੱਠੇ ਕਰਕੇ ਲਿਖਦੇ ਆ ਤੇ ਫਿਰ ਦੇਖਦੇ ਇਹਨਾਂ ਦੇ ਹਾਲਾਤ ਕੀ ਨੇ। ਆਪਾਂ ਨਿਊ ਰੇਸ਼ੋ ਲਿਖਦੇ ਆ। ਆ ਸਮਝ ਲੱਗੀ ਨਾ, ਨਿਊ ਰੇਸ਼ੋ ਆ ਗਈ। ਜਿੰਨਾ C ਨੂੰ ਦਿੱਤਾ ਉਹ ਕੱਢਤਾ ਤਾਂ A ਦਾ ਨਵਾਂ ਆ ਗਿਆ, B ਨੇ ਵੀ ਜਿੰਨਾ ਦਿੱਤਾ ਉਹ ਕੱਢਤਾ, B ਦਾ ਵੀ ਨਵਾਂ ਆ ਗਿਆ, C ਦਾ 3/10 ਹੈਗਾ ਹੀ ਆ। ਲਿਖ ਲੈਨੇ ਜੀ ਆਪਾਂ 16/40 A ਦੀ, 12/40 B ਦੀ, 3/10 C ਦੀ। ਸਾਨੂੰ ਫਿਰ ਨਹੀਂ ਚੰਗਾ ਲੱਗ ਰਿਹਾ, ਇਹ ਅਲੱਗ-ਅਲੱਗ ਕਿਉਂ ਆ? ਰਹਿਣਾ ਤਾਂ ਇਹਨਾਂ ਨੇ ਇਕੱਠਿਆਂ ਨੇ, ਕੰਮ ਵੀ ਇਕੱਠਿਆਂ ਨੇ ਕਰਨਾ। ਸੋ 16/40, 12/40, ਸਾਨੂੰ ਤਾਂ ਜੀ ਬੇਸ ਇਕੁਅਲ ਚਾਹੀਦਾ, ਉੱਪਰ ਜੋ ਮਰਜ਼ੀ ਅਲੱਗ-ਅਲੱਗ ਹੋਵੇ। ਜੇ ਸਾਨੂੰ ਬੇਸ ਇਕੁਅਲ ਚਾਹੀਦਾ ਤਾਂ ਉੱਪਰ 12 ਨਾਲ ਮਲਟੀਪਲਾਈ ਹੋ ਜਾਊਗਾ। ਕਲੀਅਰ ਬੱਚਿਓ? ਸੋ ਇਹ ਸੀਗੇ ਕੁਝ ਕੇਸਿਸ ਜਿਹਦੇ ਵਿੱਚ ਤੁਹਾਨੂੰ ਇਹ ਜਿਹੀਆਂ ਚੀਜ਼ਾਂ ਮਿਲਣਗੀਆਂ ਕਿ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕਰਨ ਦੇ ਵਿੱਚ ਏਦਾਂ ਦੇ ਡਿਫਰੈਂਟ ਕੇਸਿਸ ਮਿਲਣਗੇ। ਬਸ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੈਲਕੂਲੇਟ ਹੋਊਗੀ ਤਾਂ ਸੈਕਰੀਫਾਈਸ ਗੇਨ ਆਟੋਮੈਟਿਕਲੀ ਹੋ ਜਾਊਗਾ। ਹਾਂ ਇੱਕ ਚੀਜ਼ ਹੋ, ਜੇ ਤੁਹਾਨੂੰ ਕਹਿਤਾ ਕਿ A ਸਰੈਂਡਰ, ਮੇਰੀ ਵਰਡਿੰਗ ਧਿਆਨ ਨਾਲ ਸੁਣ ਲਿਓ, A ਸਰੈਂਡਰ 1/10 ਫॉर C, A ਨੇ ਸਰੈਂਡਰ ਕਰਤੀ ਤਾਂ ਵੀ ਆਪਾਂ ਮਾਈਨਸ ਕਰਨਾ। ਫਰੋਮ C ਟੇਕ ਫਰੋਮ A ਤਾਂ ਵੀ ਮਾਈਨਸ ਕਰਨਾ। ਜੇ ਆਫ ਲਿਖਤਾ ਵੀ C ਨੇ ਉਹਦਾ ਇੰਨਾ ਹਿੱਸਾ ਲੈ ਲਿਆ ਤਾਂ ਮਲਟੀਪਲਾਈ ਕਰ ਦੇਣਾ ਵੈਲਿਊਜ਼ ਨੂੰ। ਔਰ ਜੇ ਆਪਾਂ ਨੂੰ ਆ ਗਿਫਟਡ ਵਾਲਾ ਕੇਸ ਆ ਗਿਆ ਤਾਂ ਆਪਾਂ ਏਦਾਂ ਸੋਲਵ ਕਰ ਲੈਣਾ। ਕਲੀਅਰ ਬੱਚਿਓ? ਇਹਦੀ ਪ੍ਰੈਕਟਿਸ ਜ਼ਰੂਰ ਕਰਿਓ। ਇਸ ਚੀਜ਼ ਨੂੰ ਸਮਝਿਆ, ਇਹ ਦੇਖਣ ਨੂੰ ਬਹੁਤ ਸੌਖੇ ਲੱਗਦੇ, ਇਹਨਾਂ ਦੀ ਪ੍ਰੈਕਟਿਸ ਕਰਿਓ, ਕੁਐਸਚਨ ਅਟੈਂਪਟ ਕਰਕੇ ਦੇਖਿਓ ਤੁਹਾਡੇ ਨਿਕਲਦੇ ਆ ਕਿ ਨਹੀਂ। ਸੋ ਥੈਂਕ ਯੂ ਸੋ ਮਚ। ਅੱਜ ਦੇ ਲਈ ਇੰਨਾ ਹੀ, ਆਪਾਂ ਨੈਕਸਟ ਵੀਡੀਓ 'ਚ ਮਿਲਦੇ ਹਾਂ। ਗੋਡ ਬਲੈਸ ਯੂ ਆਲ।